कुम्हार, सृष्टि का करता है तू। मैं मिट्टी हूँ हाथों में तेरे, ढाल अपने सांचे में तू। मेरे प्रभु तू है कुम्हार, सृष्टि का करता है तू। मैं मिट्टी हूँ हाथों में तेरे, ढाल। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ। ਹਮੇਸ਼ਾ ਸਾਨੂੰ ਨਵਾਂ ਜੀਵਨ ਦੇ ਕੇ ਆਪਣੇ ਰਾਜ ਦੇ ਵਿੱਚ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰਦਾ ਹੈ। ਅੱਜ ਦੇ ਵਚਨ ਦੇ ਰਾਹੀਂ ਸਾਨੂੰ ਆਪਣੀ ਨਵੀਂ ਤੌਫੀਕ ਦੇ, ਜਿਸ ਦੇ ਨਾਲ ਅਸੀਂ ਤੇਰੇ ਰਾਜ ਦੀ ਪ੍ਰਗਾੜਤਾ ਦੇ ਵਿੱਚ ਵੱਧਦੇ ਜਾਈਏ ਔਰ ਤੇਰਾ ਹੀ ਨਾਮ ਚੱਕੀਏ। ਇਹ ਸਭ ਕੁਝ ਅਸੀਂ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚੋਂ ਮੰਗਦੇ ਹਾਂ। ਪਿਆਰੇ ਅਜ਼ੀਜ਼, ਅੱਜ ਦੇ ਦਿਨ ਦੇ ਵਿੱਚ ਜੋ ਪ੍ਰਭੂ ਦੀ ਮਹਿਮਾ ਦੇ ਲਈ ਮੈਂ ਵਚਨ ਲਿਆ ਹੈ, ਉਹ ਲਿਆ ਹੈ 119 ਜ਼ਬੂਰ, ਉਸ ਦਾ 71 ਤੋਂ ਲੈ ਕੇ 75 ਆਇਤ ਤੱਕ। ਇੱਥੇ ਲਿਖਿਆ ਹੈ, ਮੈਨੂੰ ਜੋ ਦੁੱਖ ਹੋਇਆ ਉਹ ਮੇਰੇ ਲਈ ਭਲਾ ਹੀ ਹੋਇਆ, ਜਿਸ ਤੋਂ ਮੈਂ ਤੇਰੀਆਂ ਵਿਧੀਆਂ ਨੂੰ ਸਿੱਖ ਸਕਾਂ। ਤੇਰੀ ਜੋ ਦਿੱਤੀ ਹੋਈ ਸ਼ਰ੍ਹਾ ਮੇਰੇ ਲਈ ਹਜ਼ਾਰਾਂ ਰੁਪਇਆ ਅਤੇ ਮੋਹਰਾਂ ਤੋਂ ਵੀ ਉੱਤਮ ਹੈ। ਤੇਰੇ ਹੱਥਾਂ ਤੋਂ ਮੈਂ ਬਣਾਇਆ ਅਤੇ ਰਚਿਆ ਗਿਆ ਹਾਂ। ਮੈਨੂੰ ਸਮਝ ਦੇ ਕਿ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ। ਤੇਰੇ ਡਰਨ ਵਾਲੇ ਮੈਨੂੰ ਵੇਖ ਕੇ ਆਨੰਦਿਤ ਹੋਣਗੇ, ਕਿਉਂਕਿ ਮੈਂ ਤੇਰੇ ਵਚਨ ਉੱਤੇ ਆਸ ਲਾਈ ਹੈ। ਹੇ ਯਹੋਵਾ, ਮੈਂ ਜਾਣ ਗਿਆ ਕਿ ਤੇਰੇ ਨੇਮ ਧਰਮੀ ਹਨ ਅਤੇ ਤੂੰ ਆਪਣੀ ਸੱਚਾਈ ਦੇ ਅਨੁਸਾਰ ਮੈਨੂੰ ਦੁੱਖ ਦਿੱਤਾ ਹੈ। ਆਪਣੀ ਸੱਚਾਈ ਦੇ ਅਨੁਸਾਰ ਮੈਨੂੰ ਦੁੱਖ ਦਿੱਤਾ ਹੈ। ਇਸ ਜੋ ਵਚਨ ਦਾ ਮੈਂ ਵਿਸ਼ਾ ਲਿਆ ਹੈ, ਉਹ ਹੈ ਨਵਾਂ ਬਣਾਉਣ ਦੇ ਲਈ ਤੋੜਿਆ ਜਾਣਾ। ਨਵਾਂ ਬਣਾਉਣ ਦੇ ਲਈ ਤੋੜਿਆ ਜਾਣਾ। ਅਗਰ ਅਸੀਂ ਕਿਸੇ ਵੀ ਮਕਾਨ ਨੂੰ ਜਾਂ ਕਿਸੇ ਵੀ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਅੱਛਾ ਦੇਖਣਾ ਚਾਹੁੰਦੇ ਹਾਂ ਤਾਂ ਪਹਿਲਾਂ ਉਹਨੂੰ ਤੋੜਨਾ ਪੈਂਦਾ ਹੈ। ਫਿਰ ਅਸੀਂ ਉਸ ਨੂੰ ਅੱਛੇ ਅਤੇ ਸਹੀ ਢੰਗ ਦੇ ਨਾਲ ਬਣਾ ਕੇ ਰੱਖਦੇ ਹਾਂ। ਮੈਂ ਇੱਕ ਵਾਰ ਬਿਹਾਰ ਦੇ ਵਿੱਚ ਸਾਂ, ਪ੍ਰਭੂ ਦੇ ਸੇਵਾ ਦੇ ਕਾਰਜ ਦੇ ਵਿੱਚ, ਤਾਂ ਉੱਥੇ ਮੈਂ ਇੱਕ ਘੁਮਾਰ ਦੇ ਕੋਲ ਚਲਾ ਗਿਆ। ਉੱਥੇ ਬਹੁਤ ਸਾਰੇ ਘੁਮਾਰ ਰਹਿੰਦੇ ਸੀ ਤੇ ਉਹਨਾਂ ਦੇ ਵਿਚਕਾਰ ਮੈਂ ਗਿਆ ਤੇ ਉਹ ਅਲੱਗ-ਅਲੱਗ ਤਰ੍ਹਾਂ ਦੇ ਭਾਂਡੇ ਉੱਥੇ ਬਣਾ ਰਹੇ ਸਨ। ਤੇ ਮੈਂ ਉੱਥੇ ਇੱਕ ਬੱਚੇ ਨੂੰ ਵੀ ਵੇਖ ਰਿਹਾ ਸੀ, ਉਹਨੂੰ ਵੀ ਇੱਕ ਚੱਕ ਦਿੱਤਾ ਗਿਆ ਸੀ, ਉਹ ਵੀ ਭਾਂਡੇ ਬਣਾ ਰਿਹਾ ਸੀ। ਉਹਦੇ ਕੋਲੋਂ ਚੱਕ ਦੇ ਵਿੱਚ ਜਿਹੜਾ ਭਾਂਡਾ ਬਣਾ ਰਿਹਾ ਸੀ ਉਹ ਖਰਾਬ ਹੁੰਦਾ ਸੀ। ਉਹਦਾ ਡੈਡੀ ਉਹਨੂੰ ਫੇਰ ਕਹਿੰਦਾ ਸੀ ਗੁੰਨ ਕੇ ਫੇਰ ਦੁਬਾਰਾ ਬਣਾ। ਉਹ ਫੇਰ ਖਰਾਬ ਹੁੰਦਾ ਸੀ, ਉਹਨੂੰ ਫੇਰ ਕਹਿੰਦਾ ਸੀ ਬਣਾ। ਖਰਾਬ ਭਾਂਡਾ ਜਦੋਂ ਹੋ ਗਿਆ, ਉਹਨੂੰ ਫੇਰ ਤੋੜ ਕੇ ਉਹਨੂੰ ਗੁੰਨ ਕੇ ਫੇਰ ਦੁਬਾਰਾ ਬਣਾ ਰਿਹਾ ਸੀ। ਮੈਨੂੰ ਇੱਥੇ ਮਨੁੱਖੀ ਜੀਵਨ ਦੇ ਵਿੱਚ ਆਪਣੇ ਜੀਵਨ ਦਾ ਚਰਿੱਤਰ ਵੀ ਨਜ਼ਰ ਆਉਂਦਾ ਹੈ। ਪਰਮੇਸ਼ਵਰ ਨੇ ਸਾਡੇ ਨਾਲ ਵੀ ਕੁਝ ਅਜਿਹਾ ਹੀ ਕੀਤਾ ਹੈ। ਸਾਨੂੰ ਨਵਾਂ ਬਣਾਉਣ ਦੇ ਲਈ ਉਸ ਨੇ ਕੁਝ ਤੋੜਿਆ ਹੈ। ਪਹਿਲੀ ਗੱਲ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਜਾਣ ਚੁੱਕਾ ਸੀ ਕਿ ਮਨੁੱਖ, ਜਿਹੜਾ ਪਹਿਲਾ ਮਨੁੱਖ ਹੈ, ਉਹ ਪਾਪ ਦੇ ਨਾਲ ਗਿਰ ਗਿਆ ਅਤੇ ਉਸ ਦੇ ਵਿੱਚ ਜਿੰਨੇ ਵੀ ਸੰਤਾਨ ਪੈਦਾ ਹੋ ਰਹੇ ਆ, ਉਹ ਸਭ ਪਾਪ ਦੇ ਵਿੱਚ ਹੀ ਪੈਦਾ ਹੋ ਰਹੇ ਆ ਅਤੇ ਉਹਦੇ ਵਿੱਚ ਕੁਝ ਨਵਾਂ ਨਹੀਂ ਹੈ। ਉਹ ਨਿੱਤ ਜੋ ਕੁਝ ਵੀ ਕਰ ਰਿਹਾ ਹੈ,
ਨਿਤ ਜੋ ਵੀ ਉਹਦੇ ਵਿੱਚ ਆ ਰਿਹਾ ਉਹ ਸਭ ਬੁਰੇ ਹੀ ਵਿਚਾਰ ਉਸ ਦੇ ਵਿੱਚ ਆ ਰਹੇ। ਇੱਥੇ ਜਦੋਂ ਮੈਂ ਪੜ੍ਹ ਰਿਹਾ ਸੀ, ਕਹਿੰਦਾ ਮੈਨੂੰ ਜੋ ਦੁੱਖ ਹੋਇਆ ਉਹ ਮੇਰੇ ਲਈ ਭਲਾ ਹੋਇਆ। ਜੇ ਸਾਡੇ ਜੀਵਨ 'ਚ ਕੋਈ ਕਸ਼ਟ ਆਇਆ ਹੈ, ਜੇ ਕੋਈ ਦੁੱਖ ਆਇਆ ਹੈ, ਤਾਂ ਸਾਡੇ ਲਈ ਚੰਗਾ ਹੈ। ਮੈਂ ਸਮਝਦਾ ਹਾਂ ਪਰਮੇਸ਼ਰ ਨੇ ਮੈਨੂੰ ਮੁੜ ਨਵਾਂ ਬਣਾਉਣ ਦੇ ਲਈ ਆਪਣੇ ਪਿਆਰੇ ਪੁੱਤਰ ਦਾ ਸਰਫਾ ਨਾ ਕੀਤਾ। ਉਸ ਨੇ ਜੋ ਦੁੱਖ ਮੇਰੇ ਤੇ ਆਉਣੇ ਸੀ, ਮੇਰੇ ਤੇ ਤਸੀਹੇ ਆਉਣੇ ਸੀ, ਉਸ ਨੂੰ ਦੂਰ ਕਰਨ ਦੇ ਲਈ ਆਪਣੇ ਪਿਆਰੇ ਪੁੱਤਰ ਦਾ ਸਰਫਾ ਤਾਂ ਨਹੀਂ ਕੀਤਾ। ਉਸ ਨੇ ਮੈਨੂੰ ਨਵਾਂ ਬਣਾਉਣ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਕਾਲਵਰੀ ਕਰੂਸ ਦੇ ਉੱਤੇ ਢਾ ਦਿੱਤਾ। ਕਾਹਦੇ ਲਈ? ਕਿ ਮੈਂ ਉਸ ਵਿੱਚ ਉਹ ਸਦੀਵੀ ਜੀਵਨ ਪ੍ਰਾਪਤ ਕਰ ਸਕਾਂ ਜਿਹੜਾ ਕਦੇ ਖਤਮ ਨਹੀਂ ਹੁੰਦਾ। ਇਸ ਜੀਵਨ ਦੇ ਵਿੱਚ ਦੁੱਖ ਅਤੇ ਤਸੀਹੇ ਅਤੇ ਕਸ਼ਟ ਅਤੇ ਸਦੀਵੀ ਮੌਤ ਸੀ, ਪਰ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣੇ ਸਰੀਰ ਨੂੰ ਤੋੜ ਕੇ, ਆਪਣੇ ਜੀਵਨ ਨੂੰ ਤੋੜ ਕੇ ਮੇਰੇ ਲਈ ਇੱਕ ਨਵਾਂ ਵਰਤਨ ਭਾਵ ਇੱਕ ਪਵਿੱਤਰਤਾ ਦਾ ਲਿਬਾਸ ਮੇਰੇ ਉੱਤੇ ਪਵਾ ਦਿੱਤਾ ਆਪਣੇ ਪੁੱਤਰ ਯਿਸੂ ਮਸੀਹ ਦੇ ਵਿੱਚ, ਕਿ ਮੈਂ ਉਸ ਵਿੱਚ ਨਵਾਂ ਹੋ ਕੇ ਉਸ ਦੀ ਮਹਿਮਾ ਕਰ ਸਕਾਂ। ਇਹਦਾ ਮਤਲਬ ਮੇਰਾ ਪਾਪ ਦਾ ਜੀਵਨ ਉਹਨੇ ਕਾਲਵਰੀ ਕਰੂਸ ਦੇ ਉੱਤੇ ਚਾੜ ਦਿੱਤਾ ਅਤੇ ਉਸ ਦੇ ਨਾਲ ਮੈਂ ਸਲੀਬ ਦੇ ਉੱਤੇ ਦਿੱਤਾ ਗਿਆ, ਮਰ ਗਿਆ। ਹੁਣ ਜਿਹੜਾ ਮੈਨੂੰ ਜੀਵਨ ਮਿਲਿਆ ਹੈ ਮਸੀਹ ਯਿਸੂ ਦੇ ਵਿੱਚ, ਪੌਲਸ ਗਲਾਤੀਆਂ 2:20 ਦੇ ਵਿੱਚ ਕਹਿੰਦਾ ਹੈ, ਹੁਣ ਮੈਂ ਜ਼ਿੰਦਾ ਨਹੀਂ, ਹੁਣ ਮੇਰੇ ਵਿੱਚ ਮਸੀਹ ਜ਼ਿੰਦਾ ਹੈ। ਉਹਨੇ ਮੈਨੂੰ ਹੁਣ ਨਵਾਂ ਬਣਾ ਦਿੱਤਾ। ਮਸੀਹ ਯਿਸੂ ਵਿੱਚ ਨਵੀਂ ਜ਼ਿੰਦਗੀ ਦੇ ਦਿੱਤੀ। ਇਸ ਕਰਕੇ ਦੂਸਰਾ ਕਰੰਥੀਆਂ 5:17 ਦੇ ਵਿੱਚ ਕਹਿੰਦਾ ਹੈ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਸਭ ਨਵੀਆਂ ਹੋ ਗਈਆਂ। ਇਹਦਾ ਮਤਲਬ ਮਸੀਹ ਦੇ ਵਿੱਚ ਮੇਰੇ ਲਈ ਨਵੀਂ ਜ਼ਿੰਦਗੀ ਅਤੇ ਨਵਾਂ ਸਭ ਬਣ ਗਿਆ। ਇਹ ਹੋਣਾ ਕਿੱਦਾਂ ਹੈ? ਇਹ ਹੋਇਆ ਕਿਵੇਂ? ਪਹਿਲਾਂ ਤਾਂ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਮੇਰੇ ਲਈ ਦਿੱਤਾ। ਹੁਣ ਹੋਣਾ ਕਿੱਦਾਂ? ਜਦੋਂ ਮੈਂ ਉਸ ਉੱਤੇ ਨਿਸ਼ਚਾ ਕਰਦਾ, ਵਿਸ਼ਵਾਸ ਕਰਦਾ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪੀ ਦੇ ਬਦਲੇ ਕਾਲਵਰੀ ਕਰੂਸ ਦੇ ਉੱਤੇ ਮਾਰੇ ਗਏ, ਦਫਨ ਕੀਤੇ ਗਏ ਅਤੇ ਤੀਸਰੇ ਦਿਹਾੜੇ ਜੀ ਉੱਠੇ। ਹੁਣ ਉਹ ਮੇਰੇ ਕੋਲ, ਜਦੋਂ ਮੈਂ ਵਿਸ਼ਵਾਸ ਕਰਦਾ ਹਾਂ ਤਾਂ ਮੈਂ ਮਸੀਹ ਵਿੱਚ ਨਵੀਂ ਸ੍ਰਿਸ਼ਟ ਬਣ ਜਾਂਦਾ, ਜਿਹੜੀ ਕਦੇ ਖਤਮ ਹੋਣ ਵਾਲੀ ਨਹੀਂ, ਜਿਹੜੀ ਕਦੇ ਨਾਸ਼ ਹੋਣ ਵਾਲੀ। ਦੂਸਰੇ ਤਰੀਕੇ ਦੇ ਵਿੱਚ ਮੈਂ ਇੱਥੇ ਦੇਖਦਾ ਹਾਂ, ਜੋ ਮੈਨੂੰ ਜੋ ਦੁੱਖ ਹੋਇਆ ਹੈ ਉਹ ਮੇਰੇ ਲਈ ਭਲਾ ਹੋਇਆ ਹੈ। ਜਦੋਂ ਮੈਂ ਮਸੀਹ ਦੇ ਵਿੱਚ ਆ ਜਾਂਦਾ ਹਾਂ, ਮੇਰੇ ਜੀਵਨ 'ਚ ਬਹੁਤ ਸਾਰੇ ਕਸ਼ਟ ਅਤੇ ਦੁੱਖ ਆਉਂਦੇ ਨੇ। ਵਾਈ ਰੀਜ਼ਨ? ਇਸ ਦਾ ਕਾਰਨ ਕੀ? ਉਸ ਦੇ ਵਿੱਚ ਪਰਮੇਸ਼ਰ ਮੈਨੂੰ ਤਰੱਕੀ ਦੇਣਾ ਚਾਹੁੰਦਾ ਹੈ। ਪਹਿਲਾਂ ਮੈਨੂੰ ਨਵਾਂ ਬਣਾਉਂਦਾ, ਫਿਰ ਉਸ ਦੇ ਵਿੱਚ ਮੈਨੂੰ ਪਦੋਨਤੀ ਮਤਲਬ ਕਿ ਤਰੱਕੀ ਦਿੰਦਾ ਹੈ। ਜਦੋਂ ਤਰੱਕੀ ਮਤਲਬ ਪਰਮੇਸ਼ਰ ਸਾਡੇ ਜੀਵਨ 'ਚ ਦਿੰਦਾ ਹੈ ਤਾਂ ਸਾਨੂੰ ਦੁੱਖਾਂ ਦੇ ਵਿੱਚੋਂ ਹੋ ਕੇ ਲੰਘਣ ਦਿੰਦਾ ਹੈ, ਕਿ ਅਸੀਂ ਦੁੱਖਾਂ ਦੇ ਵਿੱਚੋਂ ਹੋ ਕੇ ਲੰਘੀਏ ਅਤੇ ਉਹ ਪਰਮੇਸ਼ਰ ਦੀ ਬਰਕਤ ਨੂੰ ਅਤੇ ਪਰਮੇਸ਼ਰ ਦੇ ਉਸ ਇਨਾਮ ਨੂੰ ਪ੍ਰਾਪਤ ਕਰੀਏ ਜੋ ਉਸ ਨੇ ਦੁੱਖਾਂ ਦੇ ਵਿੱਚੋਂ ਲੰਘ ਕੇ ਮੇਰੇ ਲਈ ਧਰਿਆ ਹੋਇਆ ਹੈ। ਪੌਲਸ ਕਹਿੰਦਾ ਹੈ, ਮੈਂ ਉਸ ਦੌੜ ਵੱਲ ਭੱਜਾ ਜਾਂਦਾ ਕਿ ਮੈਂ ਪਰਲੇ ਸੱਦੇ ਦਾ ਇਨਾਮ ਪ੍ਰਾਪਤ ਕਰਾਂ। ਭਾਵੇਂ ਪੌਲਸ ਦੀ ਜ਼ਿੰਦਗੀ 'ਚ ਦੁੱਖ ਸੀ, ਭਾਵੇਂ ਪੌਲਸ ਦੀ ਜ਼ਿੰਦਗੀ 'ਚ ਸੰਤਾਪ ਸੀ, ਭਾਵੇਂ ਪੌਲਸ ਦੀ ਜ਼ਿੰਦਗੀ ਦੇ ਵਿੱਚ ਕਲੇਸ਼ ਹੀ ਕਲੇਸ਼ ਸੀ, ਪਰ ਉਸ ਨੂੰ ਪਤਾ ਸੀ ਇਸ ਸਭ ਦੇ ਉੱਤੇ ਪਰਮੇਸ਼ਰ ਮੈਨੂੰ ਕੁਝ ਦੇਣ ਜਾ ਰਿਹਾ। ਮੈਨੂੰ ਯਾਦ ਆਉਂਦਾ ਹੈ ਯੂਸਫ ਦਾ ਜੀਵਨ। ਯੂਸਫ ਦਾ ਜੀਵਨ ਆਪਣੇ ਪਿਤਾ ਕੋਲ ਬਹੁਤ ਵਧੀਆ ਸੀ, ਵਿਸ਼ਵਾਸ ਦਾ ਜੀਵਨ ਬਹੁਤ ਵਧੀਆ ਸੀ, ਔਰ ਵਿਸ਼ਵਾਸ ਦੇ ਨਾਲ ਵਧਿਆ। ਜਦੋਂ ਵਧਿਆ ਤਾਂ ਉਹਦੇ ਜੀਵਨ 'ਚ ਕਸ਼ਟ ਆਏ, ਕਲੇਸ਼ ਆਏ। ਉਹਦੇ ਆਪਣਿਆਂ ਨੇ ਹੀ ਉਹਨੂੰ ਵੇਚ ਦਿੱਤਾ।
ਉਹਦੇ ਆਪਣਿਆਂ ਨੇ ਹੀ ਉਹਦੇ ਤੇ ਤਸੀਹੇ ਦਿੱਤੇ, ਪਰ ਉਹ ਮੇਰੇ ਪਿਆਰੇ ਅਜ਼ੀਜ਼ ਡਰਿਆ ਨਹੀਂ। ਉਸਨੇ ਪਰਮੇਸ਼ਰ ਤੇ ਭਰੋਸਾ ਰੱਖਿਆ, ਪਰਮੇਸ਼ਰ ਤੇ ਵਿਸ਼ਵਾਸ ਰੱਖਿਆ ਅਤੇ ਪਰਮੇਸ਼ਰ ਦਾ ਭੈ ਆਪਣੇ ਜੀਵਨ ਦੇ ਵਿੱਚ ਰੱਖਿਆ ਅਤੇ ਪਰਮੇਸ਼ਰ ਦੀ ਸੱਚਾਈ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ, ਦੁੱਖਾਂ ਦੇ ਵਿੱਚੋਂ ਲੰਘਦਾ ਗਿਆ। ਮੈਂ ਸਮਝਦਾ ਹਾਂ ਜੇ ਤੁਸੀਂ ਸੋਨੇ ਨੂੰ ਸੁੰਦਰ ਅਤੇ ਸੋਨੇ ਨੂੰ ਬਿਊਟੀਫੁਲ ਕਰਕੇ ਦੇਖਣਾ ਚਾਹੁੰਦੇ ਹੋ ਤਾਂ ਉਸ ਨੂੰ ਅੱਗ ਦੇ ਵਿੱਚੋਂ ਹੋ ਕੇ ਜਾਣਾ ਹੀ ਪਏਗਾ। ਅਗਰ ਤੁਸੀਂ ਕੋਈ ਔਜ਼ਾਰ ਸਹੀ ਢਾਂਚੇ ਦੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਸੇਕ ਦੇ ਕੋਲ ਲਿਜਾਣਾ ਹੀ ਪੈਂਦਾ ਹੈ, ਔਰ ਉਸ ਨੂੰ ਸੇਕ ਕੋਲ ਲਿਜਾਣਾ ਪੈਂਦਾ ਹੈ, ਗਰਮ ਕਰਨਾ ਪੈਂਦਾ, ਫਿਰ ਉੱਤੇ ਹਥੌੜੇ ਦੀ ਮਾਰ ਮਾਰਨੀ ਪੈਂਦੀ ਹੈ, ਜਿਸ ਦੇ ਨਾਲ ਉਹ ਆਕਾਰ ਦੇ ਵਿੱਚ ਆ ਜਾਂਦਾ ਹੈ, ਉਸ ਆਕਾਰ ਦੇ ਵਿੱਚ ਆ ਜਾਂਦਾ ਹੈ ਜਿਹੜਾ ਆਦਰ ਅਤੇ ਸਤਿਕਾਰ ਦਾ ਹੈ ਅਤੇ ਜਿਹੜਾ ਯੂਜ਼ ਕਰਨ ਦੇ ਯੋਗ ਹੈ। ਮੇਰੇ ਪਿਆਰੇ ਅਸੀਸ, ਪਰਮੇਸ਼ਰ ਚਾਹੁੰਦਾ ਹੈ ਸਾਡੇ ਜੀਵਨ ਦੇ ਵਿੱਚ ਜੇ ਕੋਈ ਦੁੱਖ ਆਵੇ, ਜੇ ਸਾਡੇ ਜੀਵਨ ਦੇ ਵਿੱਚ ਕੋਈ ਕਸ਼ਟ ਆਵੇ ਤਾਂ ਇਹਦਾ ਮਤਲਬ ਹੈ ਪਰਮੇਸ਼ਰ ਮੈਨੂੰ ਇੱਕ ਨਵਾਂ ਬਣਾ ਕੇ ਆਪਣੀ ਮਹਿਮਾ ਦੇ ਰੂਪ ਦੇ ਵਿੱਚ ਇਸਤੇਮਾਲ ਕਰਨਾ ਚਾਹੁੰਦਾ ਹੈ, ਮੈਨੂੰ ਯੂਜ਼ ਕਰਨਾ ਚਾਹੁੰਦਾ ਹੈ ਕਿ ਮੈਂ ਉਸ ਦੀ ਮਹਿਮਾ, ਉਸ ਦੀ ਵਡਿਆਈ ਕਰ ਸਕਾਂ, ਉਸ ਦੇ ਨਾਮ ਨੂੰ ਉੱਚਾ ਕਰ ਸਕਾਂ। ਉਸ ਤਸੀਹਾਂ ਦੇ ਵਿੱਚ, ਉਸ ਕਲੇਸ਼ ਦੇ ਵਿੱਚ ਸਾਨੂੰ ਡਗਮਗਾਉਣ ਦੀ ਲੋੜ ਨਹੀਂ। ਕਈ ਵਿਸ਼ਵਾਸੀ ਮੈਂ ਦੇਖੇ ਆ, ਕਈ ਵਿਸ਼ਵਾਸੀਆਂ ਦੇ ਜੀਵਨ ਮੈਂ ਦੇਖੇ ਆ, ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਕਸ਼ਟ ਆਉਂਦੇ ਹੈ, ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਸੰਤਾਪ ਆਉਂਦੀ ਹੈ, ਜਦੋਂ ਉਹਨਾਂ ਦੇ ਆਪਣੇ ਉਹਨਾਂ ਨੂੰ ਸਤਾਉਣ ਲੱਗ ਜਾਂਦੇ ਹੈ, ਜਦੋਂ ਉਹਨਾਂ ਦੀਆਂ ਕਲੀਸਿਆਂ ਦੇ ਵਿੱਚ ਲੋਕ ਉਹਨਾਂ ਦੇ ਜੀਵਨ ਕਰੈਕਟਰ ਦੇ ਉੱਤੇ ਸਵਾਲ ਕਰਨਾ ਸ਼ੁਰੂ ਕਰ ਦਿੰਦੇ ਹੈ ਤਾਂ ਵੈਕਸਲਾਈਡ ਹੋ ਜਾਂਦਾ, ਮਤਲਬ ਮਸੀਹ ਦੀ ਜ਼ਿੰਦਗੀ ਤੋਂ ਪਿੱਛੇ ਹੋ ਜਾਂਦੇ। ਪਰ ਪਰਮੇਸ਼ਰ ਉਸ ਮਾਰਗ ਦੇ ਉੱਤੇ ਲਿਜਾ ਕੇ ਮੈਨੂੰ ਇੱਕ ਅੱਛਾ ਇਸਤੇਮਾਲ ਕੀਤਾ ਹੋਇਆ ਔਜ਼ਾਰ ਬਣਾ ਕੇ ਇਸਤੇਮਾਲ ਕਰਨਾ ਚਾਹੁੰਦਾ ਹੈ ਆਪਣੇ ਲਈ, ਆਪਣੇ ਲਈ। ਜੇ ਮੈਂ ਇਹ ਕੰਮ ਪ੍ਰਭੂ ਦੀ ਮਹਿਮਾ ਦੇ ਲਈ ਕਰਦਾ ਹਾਂ, ਆਪਣੇ ਆਪ ਨੂੰ ਪ੍ਰਭੂ ਦੇ ਪ੍ਰਤੀ ਸਰੈਂਡਰ ਕਰ ਦਿੰਦਾ ਹਾਂ। ਪੌਲਸ ਰਸੂਲ ਨੇ ਵੀ ਕਿਹਾ, ਪ੍ਰਭੂ ਮੈਨੂੰ ਆਪਣੇ ਢਾਂਚੇ ਵਿੱਚ ਢਾਲ ਕਿ ਮੈਂ ਤੇਰੇ ਵਰਗਾ ਬਣ ਜਾਵਾਂ, ਤੂੰ ਮੈਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰ। ਕੀ ਸਾਡੀ ਇਹ ਪ੍ਰਾਰਥਨਾ ਹੁੰਦੀ ਹੈ, ਪ੍ਰਭੂ ਮੈਂ ਮਿੱਟੀ ਹਾਂ, ਤੂੰ ਮੈਨੂੰ ਆਪਣੇ ਸਾਂਝੇ ਵਿੱਚ ਢਾਲ ਕੇ ਆਪਣੀ ਮਹਿਮਾ ਦੇ ਲਈ ਆਦਰ ਦਾ ਪਾਤਰ ਬਣਾ ਕੇ ਇਸਤੇਮਾਲ ਕਰ। ਬਹੁਤ ਘੱਟ ਵਿਸ਼ਵਾਸੀ ਹੈ ਜਿਹੜੇ ਐਵਰੀਡੇ ਇਸ ਤਰੀਕੇ ਦੀ ਪ੍ਰਾਰਥਨਾ ਕਰਦੇ ਆ। ਜ਼ਿਆਦਾਤਰ ਉਹ ਆਪਣੀ ਹੀ ਮੰਗ, ਆਪਣੇ ਹੀ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ, ਆਪਣੇ ਹੀ ਮਨੋਰਥਾਂ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਵਰ ਦੇ ਅੱਗੇ ਅਰਦਾਸ ਕਰਦੇ ਨੇ। ਬਾਈਬਲ ਦੇ ਵਿੱਚ ਮੈਂ ਪਿਛਲੇ ਦਿਨਾਂ ਦੇ ਵਿੱਚ ਆਖਿਆ, ਜੇ ਅਸੀਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਸੋਚ ਲਓ ਸਾਨੂੰ ਮਿਲ ਗਿਆ। ਪਰਮੇਸ਼ਰ ਦੀ ਇੱਛਾ ਗਲਤ ਉਦੇਸ਼ ਦੇ ਲਈ ਨਹੀਂ, ਪਰਮੇਸ਼ਰ ਦੀ ਇੱਛਾ ਬੁਰਾਈਆਂ ਦੇ ਲਈ ਨਹੀਂ, ਪਰਮੇਸ਼ਰ ਦੀ ਇੱਛਾ ਬੁਰੀ ਕਾਮਨਾ ਦੇ ਲਈ ਨਹੀਂ। ਪਰਮੇਸ਼ਰ ਦੀ ਇੱਛਾ ਸਵਰਗੀय ਹੈ, ਪਰਮੇਸ਼ਰ ਦੀ ਇੱਛਾ ਆਤਮਿਕ ਹੈ, ਪਰਮੇਸ਼ਰ ਦੀ ਇੱਛਾ ਧਾਰਮਿਕ ਹੈ, ਪਰਮੇਸ਼ਰ ਦੀ ਇੱਛਾ ਪ੍ਰੇਮ ਦੇ ਨਾਲ ਭਰਪੂਰ ਹੈ। ਉਹ ਉਸ ਦੇ ਵਿੱਚ ਸਾਨੂੰ ਇਸਤੇਮਾਲ ਕਰਨਾ। ਉਸ ਦੇ ਲਈ ਜੇ ਮੈਨੂੰ ਦੁੱਖ ਆ ਰਹੇ ਆ ਤਾਂ ਮੈਨੂੰ ਉੱਥੋਂ ਪਿੱਛੇ ਨਹੀਂ ਹਟਣਾ ਚਾਹੀਦਾ। ਮੈਂ ਇੱਕ ਵਚਨ ਪੜ੍ਹਨਾ ਚਾਹੁੰਦਾ ਹਾਂ, ਇਬਰਾਨੀਆਂ ਦੀ ਪੁਸਤਕ ਉਸ ਦਾ 12 ਅਧਿਆਏ ਦੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੋਇਆ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਪਰਮੇਸ਼ਰ ਕਹਿੰਦਾ ਹੈ, ਪ੍ਰਭੂ ਜਿਸ ਨਾਲ ਪਿਆਰ ਕਰਦਾ ਹੈ, 12 ਦਾ 6, ਪ੍ਰਭੂ ਜਿਸ ਨਾਲ ਪ੍ਰੇਮ ਕਰਦਾ ਹੈ ਉਸ ਦੀ ਤਾੜਨਾ ਕਰਦਾ ਹੈ ਅਤੇ ਜਿਸ ਨੂੰ ਪੁੱਤਰ ਬਣਾ ਲੈਂਦਾ ਹੈ ਉਸ ਨੂੰ ਕੋੜੇ ਵੀ ਲਾਉਂਦਾ ਹੈ। ਤੁਸੀਂ ਦੁੱਖ ਨੂੰ ਤਾੜਨਾ ਸਮਝ ਕੇ ਸਹਿ ਲਓ, ਪਰਮੇਸ਼ਰ ਤੁਹਾਨੂੰ ਪੁੱਤਰ ਜਾਣ ਕੇ ਤੁਹਾਡੇ ਨਾਲ ਵਰਤਾਵ ਕਰਦਾ ਹੈ। ਉਹ ਕਿਹੜਾ ਪੁੱਤਰ ਹੈ ਜਿਸ ਦੀ ਪਿਤਾ ਤਾੜਨਾ ਨਹੀਂ ਕਰਦਾ? ਕਾਹਦੇ ਲਈ ਕੀਤੀ ਜਾਂਦੀ ਹੈ? ਸਾਨੂੰ ਇੱਕ ਅੱਛਾ ਅਤੇ ਸਿੱਧ ਅਤੇ ਕਾਬਲ ਇਨਸਾਨ ਬਣਨ ਦੇ ਲਈ, ਪਰਮੇਸ਼ਰ ਦੀ ਮਹਿਮਾ ਦੇ ਲਈ। ਪਿਆਰੋ, ਜਦੋਂ ਫੌਜ ਦੇ ਵਿੱਚ ਫੌਜੀ ਭਰਤੀ ਹੁੰਦਾ ਹੈ ਤਾਂ ਉਸ ਨੂੰ ਇਸ ਕਾਬਲ ਬਣਾ ਦਿੰਦੇ ਹੈ ਕਿ ਉਹ ਦੇਸ਼ ਦੇ ਲਈ ਲੜ ਸਕੇ,
ਜਿਸ ਦੇ ਲਈ ਆਪਣਾ ਜੀਵਨ ਦੇ ਸਕੇ। ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਦੁੱਖ ਤੇ ਤਸੀਹੇ ਇਸ ਲਈ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਨਿਮਿਤ ਇੱਕ ਅਜਿਹਾ ਔਜ਼ਾਰ ਬਣ ਕੇ ਇਸ ਦੁਨੀਆ ਦੇ ਵਿੱਚ ਇਸਤੇਮਾਲ ਹੋਈਏ ਜਿਸ ਦੇ ਨਾਲ ਪਰਮੇਸ਼ਰ ਦਾ ਨਾਮ ਸਾਡੇ ਜੀਵਨ ਵਿੱਚ ਉੱਚਾ ਹੋਵੇ ਔਰ ਪਰਮੇਸ਼ਰ ਦੀ ਮਹਿਮਾ ਦੀ ਖੁਸ਼ਬੂ ਸਾਡੇ ਜੀਵਨ ਦੇ ਰਾਹੀਂ ਆਲੇ ਦੁਆਲੇ ਫੈਲੇ ਤਾਂ ਕਿ ਉਸ ਦਾ ਨਾਮ ਉੱਚਾ ਹੋ ਸਕੇ। ਇੱਥੇ ਲੇਖਕ ਇਹੀ ਕਹਿ ਰਿਹਾ ਹੈ, ਜਦੋਂ ਮੈਂ 119 ਦਾ 75 ਪੜ੍ਹਦਾ ਹਾਂ, ਲਿਖਿਆ ਹੈ, ਹੇ ਯਹੋਵਾ ਮੈਂ ਜਾਣ ਗਿਆ ਹਾਂ ਤੇਰੇ ਨਿਯਮ ਧਰਮੇ ਹੈ ਅਤੇ ਤੂੰ ਆਪਣੀ ਸੱਚਾਈ ਦੇ ਅਨੁਸਾਰ ਮੈਨੂੰ ਦੁੱਖ ਦਿੰਦਾ ਹੈ। ਪ੍ਰਭੂ ਯਿਸੂ ਮਸੀਹ ਨੇ ਮੇਰੀ ਸੱਚਾਈ ਨੂੰ ਸਮਝ ਲਿਆ ਸੀ, ਜਾਣ ਲਿਆ ਸੀ ਤੇ ਮੈਨੂੰ ਉਸ ਸੱਚਾਈ ਦੇ ਨਾਲ ਉਸ ਸੱਚਾਈ ਨੂੰ ਸਮਝ ਕੇ, ਸੱਚਾਈ ਕੀ ਸੀ? ਅਸੀਂ ਪਾਪੀ ਸੀ, ਅਸੀਂ ਪਰਮੇਸ਼ਰ ਦੇ ਕੋਲ ਜਾ ਨਹੀਂ ਸੀ, ਪਰ ਉਸ ਨੇ ਉਸ ਸੱਚਾਈ ਨੂੰ ਜਾਣ ਕੇ ਜੋ ਕ੍ਰੋਧ, ਜੋ ਦੁੱਖ, ਜੋ ਤਸੀਹੇ ਮੇਰੇ ਉੱਤੇ ਆਣੇ ਸੀ, ਉਸ ਨੇ ਸਭ ਝੱਲ ਲਏ। ਕਾਹਦੇ ਲਈ ਝੱਲ ਲਏ? ਕਿ ਮੈਂ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਇੱਕ ਉਸ ਦਾ ਸੱਚਾ ਆਰਾਧਕ ਬਣ ਕੇ ਉਸ ਦੀ ਇੱਛਾ ਦੇ ਅਨੁਸਾਰ ਮਨ ਭਾਉਂਦੀ ਆਰਾਧਨਾ ਉਸ ਦੇ ਸਾਹਮਣੇ ਕਰ ਸਕਾਂ। ਪਿਆਰੋ, ਜੇ ਅਸੀਂ ਪਰਮੇਸ਼ਰ ਦੇ ਲਈ ਇੱਕ ਅੱਛਾ ਇਸਤੇਮਾਲ ਕੀਤਾ ਹੋਇਆ ਭਾਂਡਾ ਬਣਨਾ ਚਾਹੁੰਦੇ ਹੋ, ਇੱਕ ਅੱਛਾ ਤਿਆਰ ਕੀਤਾ ਹੋਇਆ ਉਸ ਦਾ ਖਾਦਮ ਜਾਂ ਅਸੀਂ ਉਸ ਦੇ ਵਿਸ਼ਵਾਸੀ ਬਣਨਾ ਚਾਹੁੰਦੇ ਹੋ, ਤਾਂ ਨਵਾਂ ਬਣਨ ਦੇ ਲਈ ਪਰਮੇਸ਼ਰ ਸਾਨੂੰ ਤੋੜੇਗਾ ਜ਼ਰੂਰ, ਸਾਨੂੰ ਦੁੱਖਾਂ ਦੇ ਵਿੱਚ ਲੈ ਕੇ ਜਾਏਗਾ ਜ਼ਰੂਰ, ਸਾਨੂੰ ਕਸ਼ਟਾਂ ਤੇ ਕਲੇਸ਼ਾਂ ਦੇ ਵਿੱਚ ਹੋ ਕੇ ਜਾਣ ਦੇ ਲਈ ਸਾਨੂੰ ਲੈ ਕੇ ਜ਼ਰੂਰ ਜਾਏਗਾ, ਪਰ ਸਾਡਾ ਨੁਕਸਾਨ ਨਹੀਂ ਹੋਣਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ, ਜਿਹੜਾ ਅੱਗ ਦੇ ਵਿੱਚੋਂ ਤਪ ਕੇ ਨਿਕਲਦਾ ਹੈ ਉਹ ਪਰਮੇਸ਼ਰ ਦੇ ਨਿਮਿਤ ਉਸ ਦੀ ਮਹਿਮਾ ਦਾ ਪਾਤਰ ਹੁੰਦਾ ਹੈ। ਸੋ ਇਸ ਲਈ ਆਓ ਅਸੀਂ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪ ਦਈਏ ਅਤੇ ਉਸ ਨੂੰ ਕਹੀਏ, ਪਰਮੇਸ਼ਰ ਇਹ ਮਿੱਟੀ ਹੈ, ਇਹ ਉਹ ਮਿੱਟੀ ਹੈ ਜਿਸ ਤੋਂ ਤੂੰ ਸਾਨੂੰ ਬਣਾਇਆ ਹੈ, ਪਰ ਅੱਜ ਯਿਸੂ ਮਸੀਹ ਦੇ ਵਿੱਚ ਇਸ ਮਿੱਟੀ ਨੂੰ ਆਪਣੇ ਸਾਂਚੇ ਦੇ ਵਿੱਚ ਢਾਲ ਕੇ ਆਪਣੇ ਆਰਾਧਕ ਬਣਾ ਕੇ ਸਾਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰ, ਤਾਂ ਕਿ ਸਾਡੇ ਜੀਵਨ ਦੇ ਰਾਹੀਂ ਤੇਰੀ ਵਡਿਆਈ, ਤੇਰੀ ਮਹਿਮਾ ਹੋ ਸਕੇ। ਮੈਂ ਆਪਣੇ ਆਪ ਨੂੰ ਨਵਾਂ ਬਣਨ ਦੇ ਲਈ ਆਪਣੇ ਜੀਵਨ ਨੂੰ ਤੇਰੇ ਹੱਥਾਂ ਵਿੱਚ ਸੌਂਪਦਾ। ਪ੍ਰਭੂ ਅਜਿਹਾ ਹੋਣ ਦੇ ਲਈ, ਜੇ ਤੁਸੀਂ ਹਜੇ ਤੱਕ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣੇ ਆਪ ਨੂੰ ਤੋੜੇ ਜਾਣ ਦੇ ਲਈ ਨਹੀਂ ਦਿੱਤਾ ਹੈ, ਤਾਂ ਅੱਜ ਸਮਰਪਿਤ ਕਰਕੇ ਆਪਣੇ ਜੀਵਨ ਨੂੰ ਉਸ ਦੇ ਹੱਥ ਵਿੱਚ ਸੌਂਪ ਦਿਓ, ਤਾਂ ਉਹ ਤੁਹਾਨੂੰ ਨਵਾਂ ਬਣਾ ਕੇ ਪ੍ਰਭੂ ਦੀ ਮਹਿਮਾ ਦੇ ਲਈ ਇਸਤੇਮਾਲ ਕਰੇ। ਪ੍ਰਭੂ ਆਪ ਨੂੰ ਅਜਿਹਾ ਹੋਣ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।